किस्तां अफोर्ड करनियां मुश्किल हो रही बहुत सारे लोगों वास्ते क्योंकि इनकम नहीं वधी। ਤੁਹਾਡਾ ਕ੍ਰੈਡਿਟ ਥੋੜਾ ਵੀ ਖਰਾਬ ਹੋਏਗਾ, ਤੁਹਾਨੂੰ ਮੌਰਗੇਜ ਲੈਣ 'ਚ ਦਿੱਕਤ ਹੋਏਗੀ। ਬਹੁਤ ਜ਼ਿਆਦਾ ਅਸਰ ਪੈ ਰਿਹਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕਿ ਘਰ ਲੈ ਚੁੱਕੇ ਨੇ, ਜਿਹਨੇ ਨਹੀਂ ਘਰ ਲੈਣਾ। ਕੈਨੇਡੀਅਨਸ ਪਿਛਲੇ ਸਾਲ ਤੋਂ ਲਗਾਤਾਰ ਆਪਣੇ ਇੰਟਰਸਟ ਰੇਟਸ ਵਿੱਚ ਵਾਧਾ ਦੇਖ ਰਹੇ ਨੇ। ਪਿਛਲੇ ਸਾਲ 7 ਵਾਰ ਇੰਟਰਸਟ ਰੇਟ ਵਧਣ ਤੋਂ ਬਾਅਦ ਇੱਕ ਹੋਰ ਝਟਕਾ ਲੱਗਿਆ, ਜਿਸ ਵਿੱਚ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟ ਨੂੰ ਵਧਾ ਕੇ 4.5% ਕਰ ਦਿੱਤਾ। ਇੱਕ ਸਾਲ ਨਾਲੋਂ ਘੱਟ ਸਮੇਂ ਵਿੱਚ 8ਵੀਂ ਵਾਰ ਵਿਆਜ ਦੀਆਂ ਦਰਾਂ ਵਿੱਚ ਵਾਧਾ ਹੋਇਆ, ਜੋ ਕਿ ਪ੍ਰੋਸਪੈਕਟਿਵ ਹੋਮ ਓਨਰਸ ਲਈ ਇੱਕ ਵੱਡੀ ਚਿੰਤਾ ਦੀ ਗੱਲ ਹੈ, ਕਿਉਂਕਿ ਇੰਟਰਸਟ ਰੇਟਸ ਦੇ ਨਾਲ-ਨਾਲ ਉਹਦਾ ਸਿੱਧਾ ਅਸਰ ਪੈਂਦਾ ਹੈ ਮੌਰਟਗੇਜ ਇੰਟਰਸਟ ਰੇਟ ਤੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਰਸ਼ਮੀਨ ਕੌਰ ਔਰ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਵਿਨੇ ਸ਼ਰਮਾ ਜੀ, ਜੋ ਕਿ ਲੋਅਰ ਮੇਨਲੈਂਡ ਏਰੀਆ ਤੋਂ ਮੌਰਟਗੇਜ ਐਂਡ ਇੰਸ਼ੋਰੈਂਸ ਐਡਵਾਈਜ਼ਰ ਨੇ। ਅੱਜ ਅਸੀਂ ਇਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਇਹਨਾਂ ਵੱਧ ਰਹੀਆਂ ਵਿਆਜ ਦੀਆਂ ਦਰਾਂ ਬਾਰੇ। ਸਤਿ ਸ਼੍ਰੀ ਅਕਾਲ ਵਿਨੇ ਜੀ। ਸਤਿ ਸ਼੍ਰੀ ਅਕਾਲ ਰਸ਼ਮੀਨ ਜੀ, ਤੁਹਾਨੂੰ ਔਰ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਇਸ ਨਵੇਂ ਸਾਲ ਦੇ ਵਿੱਚ ਆਪਾਂ ਪਹਿਲੀ ਵਾਰ ਪ੍ਰੋਗਰਾਮ ਕਰਨ ਜਾ ਰਹੇ ਹਾਂ, ਤਾਂ ਸਾਰੇ ਦਰਸ਼ਕਾਂ ਨੂੰ ਮੈਂ ਨਵੇਂ ਸਾਲ ਦੀਆਂ ਮੁਬਾਰਕਬਾਦ ਦਿੰਦਾ। ਇਹਦੇ ਨਾਲ ਨਾਲ ਉਹਨਾਂ ਦਾ ਇਹ ਜਿਹੜਾ ਸਾਲ ਆ ਖੇੜਿਆਂ ਨਾਲ ਭਰਿਆ ਹੋਵੇ, ਖੁਸ਼ੀਆਂ ਨਾਲ ਭਰਿਆ ਹੋਵੇ ਔਰ ਉਹਨਾਂ ਦੀ ਆਪਣੀ ਸਿਹਤ ਤੇ ਉਹਨਾਂ ਦੀ ਫਾਈਨੈਂਸ਼ੀਅਲ ਸਿਹਤ ਦੋਨੇ ਵਧੀਆ ਰਹਿਣ ਔਰ ਉਹ ਤਰੱਕੀਆਂ ਕਰਨ, ਇਹ ਮੈਂ ਕਾਮਨਾ ਕਰਦਾ। ਤੇ ਆਉਂਦੇ ਹਾਂ ਜੀ ਬੈਕ, ਤੁਸੀਂ ਇੰਟਰਸਟ ਰੇਟ ਦੀ ਗੱਲ ਸ਼ੁਰੂ ਕੀਤੀ ਹੈ। ਬਿਲਕੁਲ ਵਿਨੇ ਜੀ, ਆਪਾਂ ਦੇਖਿਆ ਕਿ 25 ਤਰੀਕ ਨੂੰ ਬੈਂਕ ਆਫ ਕੈਨੇਡਾ ਨੇ ਆਪਣੇ ਵਿਆਜ ਦੀਆਂ ਦਰਾਂ ਵਿੱਚ ਵਾਧਾ ਕੀਤਾ ਜੀ। ਕਿਹਾ ਜਾਂਦਾ ਹੈ ਕਿ ਉਹਦਾ ਸਿੱਧਾ ਅਸਰ ਜੋ ਪਹਿਲਾਂ ਪੈਂਦਾ ਹੈ ਉਹ ਹੈ ਮੌਰਟਗੇਜ ਇੰਟਰਸਟ ਰੇਟਸ ਤੇ ਪੈਂਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ, ਜਿਹੜੇ ਵਾਰ-ਵਾਰ ਵਾਧਾ ਹੋ ਰਿਹਾ ਹੈ ਇੰਟਰਸਟ ਰੇਟ 'ਚ, ਇਹ ਕਿਉਂ ਹੋ ਰਿਹਾ ਹੈ? ਬੈਂਕ ਆਫ ਕੈਨੇਡਾ ਕੀ ਕਰਨਾ ਚਾਹ ਰਿਹਾ ਹੈ? ਕੋਈ ਐਸੀ ਪ੍ਰੋਬਲਮ ਜਿਹਨੂੰ ਉਹ ਟੈਕਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ? ਕੀ ਇਹ ਸਾਰਾ ਸਿਨੈਰੀਓ ਹੈ? ਥੋੜਾ ਉਹਦੇ ਬਾਰੇ ਜਾਣਕਾਰੀ ਦਿਓ ਜੀ। ਰਸ਼ਮੀ ਜੀ, ਸਭ ਤੋਂ ਪਹਿਲਾਂ ਤਾਂ ਬੈਂਕ ਆਫ ਕੈਨੇਡਾ ਦੇ ਜਿਹੜੇ ਰੇਟ ਸੀਗੇ ਪਿਛਲੇ ਸਾਲਾਂ ਦੇ ਵਿੱਚ ਬੜੇ ਘੱਟ ਸੀਗੇ। ਜਦੋਂ ਰੇਟ ਘੱਟ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਇਨਫਲੇਸ਼ਨ ਜਿਹੜੀ ਉਹ ਵਧਣੀ ਸ਼ੁਰੂ ਹੋ ਗਈ। ਇਨਫਲੇਸ਼ਨ ਜਿਹਨੂੰ ਅਸੀਂ ਮਹਿੰਗਾਈ ਕਹਿੰਦੇ ਹਾਂ। ਜਦੋਂ ਮਹਿੰਗਾਈ ਅੱਤ ਹੋ ਗਈ, ਬਹੁਤ ਜ਼ਿਆਦਾ ਵੱਧ ਗਈ, ਹਾਹਾਕਾਰ ਮਚ ਗਈ, ਖਾਣ ਦੀਆਂ ਚੀਜ਼ਾਂ, ਰਹਿਣ ਦੇ ਰੇਟਸ, ਇਹਦੇ ਨਾਲ ਗੈਸ ਪ੍ਰਾਈਸਿਸ ਇੰਨੀਆਂ ਜ਼ਿਆਦਾ ਹੋ ਗਈਆਂ ਤੇ ਗਵਰਨਮੈਂਟ ਨੂੰ ਉਹਦੇ 'ਚ ਕਰੈਕਸ਼ਨ ਕਰਨ ਵਾਸਤੇ, ਇਨਫਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਵਿਆਜ ਦੀ ਦਰ ਵਧਾਉਣੀ ਪੈਂਦੀ ਹੈ। ਜਦੋਂ ਵਿਆਜ ਦੀ ਦਰ ਵਧਾਉਂਦੇ ਨੇ, ਉਹ ਦੇਖਦੇ ਨੇ ਉਹਦੇ ਰਿਜ਼ਲਟ ਕੀ ਹੈ। ਜੇ ਰਿਜ਼ਲਟ ਨਹੀਂ ਆਉਂਦੇ ਫਿਰ ਵਿਆਜ ਦੀ ਦਰ ਵਧਾ ਦਿੰਦੇ ਆ, ਫਿਰ ਰਿਜ਼ਲਟ ਨਹੀਂ ਆਏ ਤੀਜੀ ਵਾਰ ਵਧਾ ਦਿੰਦੇ ਨੇ। ਸੋ ਲੋਕ ਜਿਹੜੇ ਆਮ ਤੌਰ ਤੇ ਘਰ ਲਈ ਕੁਆਲੀਫਾਈ ਹੋ ਰਹੇ ਸਨ 2.45 ਦੇ ਰੇਟ ਦੇ ਉੱਤੇ, ਹੁਣ ਉਹੀ ਇੰਟਰਸਟ ਰੇਟ ਵੱਧ ਕੇ ਅੱਜ ਦੀ ਰੇਟ ਦੇ ਵਿੱਚ 6.7 ਹੋ ਗਿਆ। 6.7 ਤੇ ਵੀ ਬ੍ਰੇਕਾਂ ਨਹੀਂ ਲੱਗਦੀਆਂ, ਉਹਦੇ ਉੱਤੇ 2% ਦਾ ਜਿਹੜਾ ਆ ਸਟ੍ਰੈਸ ਟੈਸਟ ਪੈਂਦਾ। ਸੋ 6.7 + 2% 8.7 ਤੇ ਕੁਆਲੀਫਾਈ ਕਰਨਾ ਇੱਕ ਨਵੀਂ ਫੈਮਿਲੀ ਦਾ, ਨਵੀਂ ਫੈਮਿਲੀ ਮੇਰੇ ਕਹਿਣ ਦਾ ਮਤਲਬ ਹੈ ਦੋ ਲੋਕ ਜਿਹੜੇ ਕਿ ਨਵੇਂ ਇਕੱਠੇ ਨੇ, ਮੈਰਿਡ ਨੇ ਜਾਂ ਵੈਸੇ ਇਕੱਠੇ ਰਹਿ ਰਹੇ ਨੇ, ਉਹਨਾਂ ਦੀ ਇਨਕਮ ਦਾ ਆਧਾਰ ਲੈ ਕੇ ਚੱਲਦੇ ਆ, ਈਜ਼ੀ ਨਹੀਂ ਹੈਗਾ। 9% 8.7 ਤੇ ਕੁਆਲੀਫਾਈ ਕਰਨਾ ਇਟਸ ਵੈਰੀ ਟਫ। ਤਾਂ ਇਸ ਕਰਕੇ ਜਿਹੜੇ ਲੋਕ ਘਰ ਲੈ ਰਹੇ ਨੇ ਜਾਂ ਘਰ ਲੈ ਚੁੱਕੇ ਨੇ, ਉਹਨਾਂ ਦੀਆਂ ਇੱਕ ਤਾਂ ਕਿਸ਼ਤਾਂ ਵੱਧ ਗਈਆਂ ਨੇ, ਉਹ ਕਿਸ਼ਤਾਂ ਅਫੋਰਡ ਕਰਨੀਆਂ ਮੁਸ਼ਕਿਲ ਹੋ ਰਹੀਆਂ ਬਹੁਤ ਸਾਰੇ ਲੋਕਾਂ ਵਾਸਤੇ ਕਿਉਂਕਿ ਇਨਕਮ ਨਹੀਂ ਵਧੀ। ਜੇ ਤਾਂ ਰੇਟ ਦੇ ਨਾਲ ਇਨਕਮ ਵੀ ਵੱਧ ਜਾਵੇ ਫਿਰ ਕੋਈ ਪ੍ਰੋਬਲਮ ਨਹੀਂ, ਕੋਈ ਨਹੀਂ। ਜੇ ਖਰਚੇ ਵਧਿਆ ਤੇ ਇਨਕਮ ਵੀ ਵੱਧ ਗਈ ਹੈ, ਪਰ ਰੇਟ ਆਫ ਇਨਕਮ ਨਹੀਂ ਵਧਿਆ, ਉਹ ਉੱਥੇ ਹੀ ਅਜੇ ਵੀ ਪਿਆ ਆ। ਪਰ ਖਰਚੇ ਜਿਹੜੇ ਉਹ ਵੱਧ ਗਏ ਨੇ, ਇੰਟਰਸਟ ਰੇਟ ਜ਼ਿਆਦਾ ਹੋ ਗਿਆ, ਖਾਣਾ ਵੀ ਮਹਿੰਗਾ, ਰਹਿਣਾ ਵੀ ਮਹਿੰਗਾ, ਟਰੈਵਲ ਕਰਨਾ ਵੀ ਮਹਿੰਗਾ। ਸੋ ਇਸ ਕਰਕੇ ਇਹਦਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕਿ ਘਰ ਲੈ ਚੁੱਕੇ ਨੇ, ਜਿਹਨੇ ਨਹੀਂ ਘਰ ਲੈਣਾ। ਤੇ ਜਿਵੇਂ ਤੁਸੀਂ ਕਿਹਾ ਜਿਹੜੇ ਲੈ ਚੁੱਕੇ ਨੇ ਘਰ, ਜੇ ਆਪਾਂ ਉਹਨਾਂ ਦੀ ਗੱਲ ਕਰੀਏ, ਇਨਕਮ ਉਹਨਾਂ ਦੀ ਵਧੀ ਨਹੀਂ ਹੈ, ਤਾਂ ਇੱਕ ਐਵਰੇਜ ਬੰਦੇ ਦਾ ਜੇ ਆਪਾਂ ਮੌਰਟਗੇਜ ਰੇਟ ਇੰਟਰਸਟ ਕੈਲਕੂਲੇਟ ਕਰੀਏ ਤਾਂ ਕਿੰਨਾ ਪ੍ਰਤੀਸ਼ਤ ਵੱਧ ਗਿਆ ਹੈ? ਇੱਕ ਨਾਰਮਲ ਐਵਰੇਜ ਵੈਲਿਊ ਲੈ ਕੇ, ਜੇ 10,000 ਦੀ ਵੈਲਿਊ ਹੈ ਆਪਣੇ ਕੋਲੇ ਡਾਲਰਸ ਦੀ, ਤਾਂ ਉਹਦੇ ਤੇ ਕਿੰਨਾ ਅਸਰ ਪਿਆ ਹੈ? ਕਿੰਨਾ ਹੁਣ ਉਹਨਾਂ ਨੂੰ ਪਰ ਮੰਥ ਆਪਣਾ ਮੌਰਟਗੇਜ ਪੇ ਕਰਨਾ ਪੈ ਰਿਹਾ ਕੰਪੈਰੀਟਿਵਲੀ ਬਿਫੋਰ ਨਾਲੋਂ? ਦੇਖੋ, ਪਹਿਲਾਂ ਸੀਗਾ ਇੰਟਰਸਟ ਰੇਟ, ਪ੍ਰਾਈਮ ਰੇਟ ਜਿਹੜਾ ਸੀ 2.45 ਸੀ, ਹੁਣ ਹੋ ਗਿਆ 6.7। ਸੋ 2.45 - 6.7 ਜੇ ਆਪਾਂ ਕਰਦੇ ਹਾਂ 4% ਤੋਂ ਉੱਪਰ ਵੱਧ ਚੁੱਕਾ, ਆਲਮੋਸਟ 4.5%, 4.4 ਤੱਕ ਇਹਦਾ ਵਾਧਾ ਹੋ ਚੁੱਕਾ ਹੈ। ਸੋ ਜਦੋਂ 2.5 ਦੀ ਜਿਹੜੀ ਕਿਸ਼ਤ ਸੀਗੀ, ਉਹਦੀ 3 ਗੁਣਾ ਕਿਸ਼ਤ ਹੁਣ ਆਪਣੀ ਕਰ ਲਓ ਮੋਟੇ ਤੌਰ ਤੇ। ਸੋ ਜਿਹਨਾਂ ਦੀ ਕਿਸ਼ਤਾਂ 7-8 ਹਜ਼ਾਰ ਡਾਲਰ ਸੀਗੀਆਂ, ਉਹਨਾਂ ਦੀਆਂ ਕਿਸ਼ਤਾਂ ਹੁਣ 15-16 ਹਜ਼ਾਰ ਤੇ ਪਹੁੰਚ ਗਈਆਂ। ਪਰ 7-8 ਹਜ਼ਾਰ ਦੇ ਵਿੱਚ ਉਹਨਾਂ ਦੀ ਘਰ ਦੀ ਇਕੁਇਟੀ ਬਣ ਰਹੀ ਸੀ। ਕਹਿਣ ਦਾ ਮਤਲਬ ਕਿ ਮੂਲ ਵੀ ਉਤਰਿਆ ਸੀ, ਪ੍ਰਿੰਸੀਪਲ ਚੋਂ ਵੀ ਕੁਝ ਉਤਰਿਆ ਸੀਗਾ। ਹੁਣ ਜੇ ਉਹ 2 ਗੁਣਾ ਉਹਨਾਂ ਨੇ ਕੀਤੀਆਂ ਤੇ ਪ੍ਰਿੰਸੀਪਲ ਨਹੀਂ ਉਤਰਿਆ, ਸਿਰਫ ਵਿਆਜ ਹੀ ਜਾ ਰਿਹਾ। ਸੋ ਮੈਂ ਇਹ ਵੀ ਕਹਿ ਸਕਦਾ ਕਿ ਉਹ ਵਿਆਜ ਹੀ ਦੇ ਰਿਹਾ ਪੈਸੇ ਤੇ। ਉਹਨਾਂ ਦੇ ਘਰ ਆਪਣਾ ਕਦੋਂ ਹੋਏਗਾ
ਇਹਦਾ ਕੋਈ ਰਸਤਾ ਹੀ ਹੈ ਨਹੀਂ, ਕਿਉਂਕਿ ਜਦ ਤੁਸੀਂ ਮੂਲ ਮੋੜੋਗੇ ਹੀ ਨਹੀਂ। ਸੋ ਜਿਹੜੀ ਕਿ ਯੂਜ਼ਲੀ 25 ਤੋਂ 30 ਸਾਲ ਦੀ ਅਮੋਰਟਾਈਜੇਸ਼ਨ ਹੁੰਦੀ ਸੀਗੀ, 25 ਤੋਂ 30 ਸਾਲ ਦੇ ਵਿੱਚ ਘਰ ਪੇਡ ਆਫ ਹੋ ਜਾਏਗਾ, ਤੁਹਾਨੂੰ ਉਹਦੇ ਪੈਸੇ ਮਿਲ ਜਾਣਗੇ, ਘਰ ਤੁਹਾਡੇ ਨਾਂ ਤੇ ਹੋ ਜਾਏਗਾ ਫੁੱਲੀ। ਹੁਣ ਉਹ 50 ਤੋਂ 60 ਸਾਲ ਤੇ ਪਹੁੰਚ ਚੁੱਕਿਆ ਆਲਰੇਡੀ। ਔਰ ਕੈਨੇਡਾ ਦੇ ਵਿੱਚ ਜੇ ਇੱਕ ਬੰਦਾ 30 ਤੋਂ 35 ਸਾਲ ਦੀ ਏਜ ਦੇ ਵਿੱਚ ਘਰ ਲੈਂਦਾ, 50 ਤੋਂ 60 ਸਾਲ ਦੇ ਵਿੱਚ ਜਾ ਕੇ ਉਹ ਫ੍ਰੀ ਹੁੰਦਾ, ਉਸ ਤੋਂ ਪਹਿਲਾਂ ਤਾਂ ਬੰਦਾ ਹੀ ਫ੍ਰੀ ਹੋ ਜਾਏਗਾ। ਬਿਲਕੁਲ। ਸੋ ਇਸ ਕਰਕੇ ਬੜੀ ਇੱਕ ਨਾ ਖਤਰਨਾਕ ਜੀ ਟ੍ਰੈਂਡ ਮੈਂ ਕਹਿ ਸਕਦਾ ਹੋ ਗਈ ਆ। ਇੱਕ ਇਹ ਐਸਾ ਵਿਸ਼ਾ ਹੋ ਗਿਆ ਜਿੱਥੇ ਹੋਮ ਬਾਇਰਸ ਨੂੰ ਇਹ ਦੁਖੀ ਵੀ ਕਰ ਰਿਹਾ, ਚਿੰਤਿਤ ਵੀ ਕਰ ਰਿਹਾ, ਔਰ ਇਹਦੇ ਜਿਹੜੇ ਰਿਜ਼ਲਟ ਬੜੀ ਜਲਦੀ ਚੇਂਜ ਵੀ ਨਹੀਂ ਹੋਣ ਵਾਲੇ। ਇਹਨੂੰ ਥੋੜਾ ਟਾਈਮ ਲੱਗੇਗਾ, ਪਰ ਐਟ ਦੀ ਐਂਡ ਰੇਟ ਤਾਂ ਘੱਟ ਆਉਣਗੇ ਥੱਲੇ, ਪਰ ਟਾਈਮ ਲੱਗ ਸਕਦਾ। ਟਾਈਮ ਲੱਗ ਸਕਦਾ, ਆਪਾਂ ਕਹਿ ਸਕਦੇ ਹਾਂ। ਇੱਕ ਰਿਪੋਰਟ ਮੈਂ ਨਾ ਲੇਟੈਸਟ ਪੜ੍ਹੀ ਸੀ ਜਿਹਦੇ 'ਚ ਕਹਿ ਰਹੇ ਸੀ ਕਿ ਜਿਵੇਂ ਤੁਸੀਂ ਸ਼ੁਰੂ ਕੀਤੀ ਗੱਲ ਮਹਿੰਗਾਈ ਤੋਂ, ਇਨਫਲੇਸ਼ਨ ਤੋਂ, ਕਹਿੰਦੇ ਕਿ ਜੇ ਇਨਫਲੇਸ਼ਨ 2% ਥੱਲੇ ਆ ਜਾਏ ਤਾਂ ਇੰਟਰਸਟ ਰੇਟ 'ਚ ਬਹੁਤ ਵੱਡਾ ਫਰਕ ਪੈ ਸਕਦਾ ਹੈ। ਇਟ ਵੁੱਡ ਸਟਾਪ ਬਰਨਿੰਗ ਅ ਹੋਲ ਇਨ ਯੋਰ ਪਾਕਟ। ਜੀ। ਤੇ ਹੁਣ ਜੇ ਆਪਾਂ ਪ੍ਰੋਸਪੈਕਟਿਵ ਬਾਇਰਸ ਦੀ ਗੱਲ ਕਰੀਏ, ਜਿਹੜੇ ਕਿ ਇਸ ਸਾਲ ਜਾਂ ਆਉਣ ਵਾਲੇ ਸਮੇਂ 'ਚ ਘਰ ਲੈਣਾ ਚਾਹ ਰਹੇ ਸੀਗੇ, ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ? ਕਿਉਂਕਿ ਪ੍ਰਾਪਰਟੀ ਰੇਟਸ ਘੱਟ ਨੇ, ਸਾਰਿਆਂ ਨੂੰ ਪਤਾ ਹੈ, ਪਰ ਔਨ ਟਾਪ ਆਫ ਦੈਟ ਜਿਹੜਾ ਇੰਟਰਸਟ ਰੇਟ ਹੈ, ਇਟ ਇਜ਼ ਨਾਟ ਗੋਇੰਗ ਟੂ ਸੈਟਲ ਐਨੀ ਟਾਈਮ ਸੂਨ। ਤਾਂ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਕਿ ਉਹਨਾਂ ਨੂੰ ਇਜ਼ ਦਿਸ ਦ ਰਾਈਟ ਟਾਈਮ ਟੂ ਇਨਵੈਸਟ ਇਨ ਅ ਪ੍ਰਾਪਰਟੀ, ਜਾਂ ਉਹਨਾਂ ਨੂੰ ਥੋੜਾ ਵੇਟ ਕਰਨਾ ਚਾਹੀਦਾ ਹੈ ਕਿ ਰੇਟ ਥੱਲੇ ਆਉਣ ਤੇ ਫਿਰ ਜਾ ਕੇ ਆਪਣੀ ਜਮ੍ਹਾਂ ਪੂੰਜੀ ਤੁਸੀਂ ਲਾਓ ਕਿਤੇ? ਜੀ ਨਹੀਂ, ਤੁਹਾਡਾ ਬਹੁਤ ਹੀ ਗੁੱਡ ਕੁਐਸਚਨ ਹੈ। ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕ ਘਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਦੇਖਣਾ ਪਏਗਾ ਕਿ ਘਰ ਲੈਣ ਲਈ ਕੁਆਲੀਫਾਈ ਕਰਦੇ ਆ ਜਾਂ ਨਹੀਂ। ਇੱਛਾ ਹੋਣੀ ਬਹੁਤ ਵਧੀਆ ਗੱਲ ਹੈ, ਇੱਛਾ ਹੋਣੀ ਵੀ ਚਾਹੀਦੀ ਹੈ ਕਿ ਅਸੀਂ ਘਰ ਲੈਣਾ, ਪਰ ਇੱਛਾ ਦੀ ਪੂਰਤੀ ਲਈ ਕੋਈ ਸਟੈਪਸ ਕਰਨੇ ਜ਼ਰੂਰੀ ਹੈ, ਕੁਆਲੀਫਿਕੇਸ਼ਨ ਕਰਨੀ ਜ਼ਰੂਰੀ ਹੈ। ਨੰਬਰ 1, ਸੇਵਿੰਗਸ ਹੋਣੀਆਂ ਬਹੁਤ ਜ਼ਰੂਰੀ ਨੇ। ਜਿਨ੍ਹਾਂ ਨੇ ਵੀ ਘਰ ਲੈਣਾ ਉਹਨਾਂ ਨੇ ਇਹ ਦੇਖਣਾ ਕਿ ਸਾਡੀ ਬੈਂਕ ਅਕਾਊਂਟ 'ਚ ਕਿੰਨੇ ਪੈਸੇ ਜਮ੍ਹਾਂ ਹੋ ਗਏ ਨੇ, ਤੇ ਜੇ ਜਮ੍ਹਾਂ ਨਹੀਂ ਹੋਏ ਤਾਂ ਜਮ੍ਹਾਂ ਕਰਨੇ ਸ਼ੁਰੂ ਕਰਨ। ਆਪਣੇ ਖਰਚਿਆਂ 'ਚ ਕਿਤੇ ਨਾ ਕਿਤੇ ਕਟੌਤੀ ਲਾ ਕੇ, ਆਪਣੀ ਇਨਕਮ 'ਚ ਕਿਤੇ ਨਾ ਕਿਤੇ ਵਾਧਾ ਕਰਕੇ ਇੱਕ ਮਨੀ ਸੇਵ ਕਰਨੀ ਹੈ, ਜਿਹਨੂੰ ਆਪਾਂ ਡਾਊਨ ਪੇਮੈਂਟ ਯੂਜ਼ ਕਰਾਂਗੇ। ਜਿੰਨੀ ਵੱਧ ਡਾਊਨ ਪੇਮੈਂਟ ਹੋਏਗੀ ਸਾਡੇ ਕੋਲ, ਉਨੇ ਚਾਂਸਿਸ ਨੇ ਕਿ ਸਾਡੀ ਮੌਰਗੇਜ ਬੈਟਰ ਮਿਲ ਜਾਏਗੀ। ਨੰਬਰ 2, ਆਪਣੇ ਕ੍ਰੈਡਿਟ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਤੁਹਾਡਾ ਕ੍ਰੈਡਿਟ ਥੋੜਾ ਵੀ ਖਰਾਬ ਹੋਏਗਾ, ਤੁਹਾਨੂੰ ਮੌਰਗੇਜ ਲੈਣ 'ਚ ਦਿੱਕਤ ਹੋਏਗੀ। ਤੀਜੀ ਚੀਜ਼, ਇਨਕਮ। ਤੁਹਾਡੀ ਇਨਕਮ ਇੱਕ ਤਾਂ ਕੰਸਿਸਟੈਂਟ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਅੱਜ ਇਨਕਮ ਜ਼ਿਆਦਾ, ਅਗਲੇ ਮਹੀਨੇ ਘੱਟ, ਅੱਜ ਇੱਥੇ ਜੌਬ ਕਰ ਲਈ, ਉਸ ਤੋਂ ਅਗਲੇ ਮਹੀਨੇ ਕਿਤੇ ਹੋਰ ਜੌਬ ਕਰ ਲਈ, ਕਦੀ ਜੌਬ ਛੱਡ ਦਿੱਤੀ, ਕਦੀ ਵੋਕੇਸ਼ਨ ਤੇ ਲੰਬੀ ਦੇਰ ਚਲੇ ਗਏ, ਜਾਂ ਕੰਮ ਤੋਂ ਲੰਬੀ ਦੇਰ ਆਫ ਲੈ ਲਿਆ। ਸੋ ਜੇ ਘਰ ਲੈਣਾ, ਆਪਾਂ ਉਹਨੂੰ ਪਲਾਨ ਕਰਨ ਦੇ ਵਿੱਚ ਤੁਹਾਡੀ ਜੌਬ ਇੱਕ ਬਹੁਤ ਵੱਡਾ ਫੈਕਟਰ ਹੈ। ਕੰਸਿਸਟੈਂਟ ਜੌਬ ਹੋਣੀ ਚਾਹੀਦੀ ਹੈ, ਕੰਸਿਸਟੈਂਟ ਤੁਹਾਡੀ ਇਨਕਮ ਹੋਣੀ ਚਾਹੀਦੀ ਹੈ, ਕਿਉਂਕਿ ਉਹ ਜਿਹੜੇ ਤੁਹਾਡੇ ਜੌਬ ਲੈਟਰਸ ਦੀ ਲੋੜ ਪਏਗੀ, ਤੁਹਾਡੇ ਪੇ ਸਟਬਸ ਦੀ ਲੋੜ ਪਏਗੀ, ਤੁਹਾਡੀ 1 ਸਾਲ ਦੀ ਪੂਰੀ ਇਨਕਮ ਉਹਦੇ ਵਿੱਚ ਗਿਣੀ ਜਾਏਗੀ। ਸੋ ਇਹ ਸਟੈਪ ਬਹੁਤ ਇੰਪੋਰਟੈਂਟ ਹੈ। ਨੰਬਰ 1 ਸੇਵਿੰਗ, ਨੰਬਰ 2 ਕ੍ਰੈਡਿਟ, ਨੰਬਰ 3 ਜੌਬ। ਇਹ 3 ਚੀਜ਼ਾਂ ਆਪਣੀਆਂ ਬਿਲਕੁਲ ਸਹੀ ਚੱਲਦੀਆਂ ਨੇ, ਫਿਰ ਆਪਾਂ ਪਹਿਲਾਂ ਘਰ ਲੈ ਸਕਦੇ ਹਾਂ। ਤੁਹਾਡਾ ਦੂਜਾ ਕੁਐਸਚਨ ਸੀ ਵੀ ਉਹਨਾਂ ਨੂੰ ਕੀ ਘਰ ਲੈਣਾ ਚਾਹੀਦਾ ਕਿ ਨਹੀਂ। ਮੈਂ ਐਜ਼ ਏ ਮੌਰਗੇਜ ਐਡਵਾਈਜ਼ਰ ਇਹ ਕਹੂੰਗਾ ਘਰ ਲੈਣਾ ਚਾਹੀਦਾ, ਕਿਉਂਕਿ ਜਦੋਂ ਆਪਾਂ ਰੈਂਟ ਤੇ ਰਹਿੰਦੇ ਹਾਂ, ਉਹ ਸਾਰੇ ਦੇ ਸਾਰੇ ਪੈਸੇ ਡਾਊਨ ਦਾ ਡਰੇਨ ਹੀ ਜਾਂਦੇ ਨੇ। ਉਹ 'ਚੋਂ ਆਪਾਂ ਨੂੰ ਰਿਟਰਨ ਨਹੀਂ ਆ ਸਕਦੀ, ਉਹ 'ਚੋਂ ਆਪਣੀ ਕੋਈ ਸੇਵਿੰਗ ਨਹੀਂ ਹੋ ਸਕਦੀ, ਕਿਉਂਕਿ ਉਹ ਘਰ ਕਿਰਾਏ ਤੇ ਹੈ, ਸਾਡਾ ਆਪਣਾ ਨਹੀਂ ਹੈ। ਜਦੋਂ ਵੀ ਆਪਣਾ ਅਸੀਂ ਪ੍ਰਾਪਰਟੀ ਲਵਾਂਗੇ, ਉਹਦੇ ਵਿੱਚ ਜਿਹੜੇ ਪੈਸੇ ਅਸੀਂ ਦੇਵਾਂਗੇ ਐਜ਼ ਏ ਪ੍ਰੀਮੀਅਮ, ਉਹਦੀ ਕਿਸ਼ਤ ਹੈ ਜਿਹੜੀ ਮੌਰਗੇਜ ਦੀ, ਉਹਦੇ 'ਚ ਕੁਛ ਨਾ ਕੁਛ ਪੈਸੇ ਤੁਹਾਡੇ ਪ੍ਰਿੰਸੀਪਲ ਵੀ ਜਾਣਗੇ, ਔਰ ਤੁਹਾਡਾ ਪ੍ਰਿੰਸੀਪਲ ਘਟਦਾ ਜਾਏਗਾ, ਤੁਹਾਡੀ ਇਕੁਇਟੀ ਵੱਧਦੀ ਜਾਏਗੀ। ਦੂਜੀ ਚੀਜ਼ ਇਹ ਹੈ ਕਿ ਅੱਜ ਦੀ ਮਾਰਕੀਟ ਨੂੰ ਬਾਇਰਸ ਮਾਰਕੀਟ ਆਪਾਂ ਕਹਿੰਦੇ ਹਾਂ। ਬਾਇਰਸ ਮਾਰਕੀਟ ਉਹ ਹੁੰਦੀ ਹੈ ਕਿ ਜਿਹੜਾ ਬਾਇਰ ਹੈ ਉਹਦੀ ਮਰਜ਼ੀ ਹੈ ਵੀ ਕੀ ਲੈਣਾ, ਕਿੰਨੇ ਦਾ ਲੈਣਾ, ਕਦੋਂ ਲੈਣਾ। ਸੋ ਜਦੋਂ ਸੈਲਰਸ ਮਾਰਕੀਟ ਹੁੰਦੀ ਹੈ, ਉਦੋਂ ਬਾਇਰ ਦੇ ਕੋਲ ਚੁਆਇਸ ਨਹੀਂ ਹੁੰਦੀ ਕਿ ਉਹ ਲਟਕਾ ਲਵੇ, ਜਾਂ 2 ਵਾਰ ਘਰ ਦੇਖੇ, ਜਾਂ 3 ਵਾਰ ਦੇਖੇ, ਆਫਰ ਘੱਟ ਦੀ ਪਾ ਲਵੇ। ਅੱਜ ਦੀ ਡੇਟ ਦੇ ਵਿੱਚ ਕਿਉਂਕਿ ਘਰ ਉਹਨੇ ਵਿਕ ਨਹੀਂ ਰਹੇ, ਇਸ ਕਰਕੇ ਬਾਇਰ ਦੀ ਮਰਜ਼ੀ ਹੈ ਕਿ ਉਹ ਆਫਰ ਪਾ ਕੇ ਨੈਗੋਸ਼ੀਏਟ ਕਰ ਸਕਦਾ। ਸੋ ਡੈਫੀਨੇਟਲੀ ਬਾਇਰਸ ਮਾਰਕੀਟ ਦੇ ਵਿੱਚ ਤੁਹਾਨੂੰ ਚੀਜ਼ਾਂ ਵਧੀਆ ਮਿਲਦੀਆਂ ਨੇ ਤੇ ਸਸਤੀਆਂ ਮਿਲਦੀਆਂ ਨੇ। ਚੌਥੀ ਚੀਜ਼ ਇਹਦੇ ਵਿੱਚ ਇਹ ਹੈ ਕਿ ਇਨਵੈਂਟਰੀ ਕਾਫੀ ਹੈ ਮਾਰਕੀਟ ਦੇ ਵਿੱਚ ਅਵੇਲੇਬਲ, ਤੇ ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ, ਹੁਣ ਰਾਈਟ ਟਾਈਮ ਹੈ। ਆਉਂਦੇ 1.5 ਤੋਂ 2 ਸਾਲਾਂ ਦੇ ਵਿੱਚ ਘਰਾਂ ਦੀਆਂ ਦੁਬਾਰਾ ਕੀਮਤਾਂ ਵਧਣਗੀਆਂ, ਕਿਉਂਕਿ 1.5 ਤੋਂ 2 ਸਾਲਾਂ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਕਿ ਇੰਟਰਸਟ ਰੇਟ ਦੁਬਾਰਾ ਥੱਲੇ ਆਉਣਗੇ। ਜਦੋਂ ਇੰਟਰਸਟ ਰੇਟ ਥੱਲੇ ਆਏਗਾ, ਘਰ ਦੀ ਕੀਮਤ ਵਧੇਗੀ। ਜਦੋਂ ਇੰਟਰਸਟ ਰੇਟ ਉੱਪਰ ਜਾਏਗਾ, ਘਰ ਦੀ ਕੀਮਤ ਡਿੱਗੇਗੀ। ਸੋ ਅੱਜ ਜੇ ਇੰਟਰਸਟ ਰੇਟ ਉੱਪਰ ਹੈ ਤੇ ਘਰਾਂ ਦੀਆਂ ਕੀਮਤਾਂ ਘੱਟ ਨੇ। ਸੋ ਇਹਦਾ ਆਪਾਂ ਮੈਥ ਕਰਨਾ, ਔਰ ਮੈਥ ਇਹੀ ਹੈ ਕਿ ਜੇ ਅਸੀਂ ਅੱਜ ਇੰਨੇ ਦਾ ਘਰ ਲੈਂਦੇ ਹਾਂ, ਕੀ ਅਸੀਂ ਦੀਆਂ ਕਿਸ਼ਤਾਂ ਦੇ ਸਕਦੇ ਹਾਂ, ਤੇ ਜੇ ਤੁਸੀਂ ਕਿਸ਼ਤ ਦੇ ਸਕਦੇ ਹੋ, ਇਹ ਰਾਈਟ ਟਾਈਮ ਹੈ ਘਰ ਬਾਈ ਕਰਨ ਦਾ। ਜੀ, ਮਤਲਬ ਆਪਣੀ ਸੇਵਿੰਗਸ ਨੂੰ ਤੁਸੀਂ ਹੁਣ ਕਿਸੇ ਪਾਸੇ ਲਾ ਸਕਦੇ ਹੋ, ਸੋਚ ਕੇ ਆਪਣੇ ਆਪਸ਼ਨਸ ਐਕਸਪਲੋਰ ਕਰਕੇ। ਮੰਨਿਆ ਕਿ ਇੰਟਰਸਟ ਰੇਟ ਬਹੁਤ ਜ਼ਿਆਦਾ ਨੇ, ਪਰ ਜਿਵੇਂ ਤੁਸੀਂ ਕਿਹਾ ਘਟਣ ਦੀ ਉਮੀਦ ਹੈ। ਹਾਂਜੀ, ਤੁਸੀਂ ਗੱਲ ਕੀਤੀ ਸਾਲ 2 ਸਾਲ 'ਚ ਘਟਣ ਦੀ ਉਮੀਦ ਹੈ। ਆਪਾਂ ਕਿੰਨਾ ਕੁ ਨੂੰ ਘਟਦਾ ਦੇਖ ਸਕਦੇ ਹਾਂ? ਐਕਸਪੈਕਟੇਸ਼ਨਸ ਮਾਰਕੀਟ ਦੀਆਂ ਕੀ ਨੇ ਆਉਣ ਵਾਲੇ ਟਾਈਮ 'ਚ?
ਮਹਿੰਗਾਈ ਦਾ ਵੀ ਘਟਣਾ ਬਹੁਤ ਜ਼ਰੂਰੀ ਹੈ, ਜੀ ਜੋ ਕਿ ਨਹੀਂ ਲੱਗਦਾ ਹਲੇ ਐਨੀ ਟਾਈਮ ਸੂਨ ਪੋਸੀਬਲ ਹੈ, ਨਾਟ ਇਨ ਅ ਪ੍ਰੋਵਿੰਸ ਲਾਈਕ BC ਜੀ ਜੀ ਫॉर श्योर। ਪਰ ਤੁਸੀਂ ਕਿੰਨੀਆਂ ਦਰਾਂ ਕਹਿ ਸਕਦੇ ਹੋ ਕਿ ਘਟ ਸਕਦੀਆਂ 2023 ਵਿੱਚ ਜਾਂ 24 ਵਿੱਚ ਆਉਣ ਵਾਲੇ ਸਾਲ ਵਿੱਚ? ਜੀ 23 ਵੈਸੇ ਨਹੀਂ ਲੱਗ ਰਿਹਾ ਕਿ ਘਟੇਗੀ ਇੰਟਰਸਟ ਰੇਟ, ਕਿਉਂਕਿ ਗਵਰਨਮੈਂਟ ਦਾ ਕੰਮ ਹੈ ਇਨਫਲੇਸ਼ਨ ਨੂੰ ਕੰਟਰੋਲ ਕਰਨਾ। ਇਨਫਲੇਸ਼ਨ ਉਦੋਂ ਹੀ ਕੰਟਰੋਲ ਹੋਏਗੀ ਜਦੋਂ ਸਪਲਾਈ ਜ਼ਿਆਦਾ ਤੇ ਡਿਮਾਂਡ ਘਟ ਜਾਏਗੀ, ਚਾਹੇ ਉਹ ਖਾਣ ਦੀਆਂ ਚੀਜ਼ਾਂ, ਚਾਹੇ ਰਹਿਣ ਦੀਆਂ ਚੀਜ਼ਾਂ, ਚਾਹੇ ਉਹ ਟਰੈਵਲ ਕਰਨ ਦੀਆਂ ਚੀਜ਼ਾਂ। ਅੱਜ ਡਿਮਾਂਡ ਬਹੁਤ ਹੈ ਔਰ ਲੋਕਾਂ ਕੋਲ ਪੈਸੇ ਨੇ, ਉਹ ਖਰੀਦ ਸਕਦੇ ਨੇ। ਜਦੋਂ ਉਹ ਡਿਮਾਂਡ ਉਦੋਂ ਹੀ ਘਟਣੀ ਜਦੋਂ ਲੋਕਾਂ ਕੋਲ ਪੈਸੇ ਘਟਣਗੇ, ਉਹਨਾਂ ਦੀ ਇਨਕਮ ਘਟੇਗੀ। ਸੋ ਇਸ ਕਰਕੇ ਗਵਰਨਮੈਂਟ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਉਹ ਜਿਵੇਂ ਘਰਾਂ ਦੀ ਮਾਰਕੀਟ ਨੂੰ ਟੈਂਪਰੇਰੀ ਹੋਲਡ ਕਰਨਾ ਚਾਹੁੰਦੇ ਨੇ, ਰੋਕਣਾ ਚਾਹੁੰਦੇ ਨੇ ਕਿ ਘਰ ਵਿਕਣੇ ਬੰਦ ਹੋਣ ਜਾਂ ਘੱਟ ਹੋ ਜਾਣ ਤੇ ਖਰੀਦਦਾਰ ਜਿਹੜੇ ਉਹ ਥੋੜੀ ਵੇਟ ਕਰਨ, ਕਿਉਂਕਿ ਇੰਟਰਸਟ ਰੇਟ ਹਾਈ ਹੈ। ਜਦੋਂ ਉਹ ਲੋਕ ਖਰੀਦਣਾ ਘਟਾ ਦੇਣਗੇ, ਉਹਦੇ ਨਾਲ ਕੀ ਹੋਏਗਾ ਕਿ ਉਹਨਾਂ ਦੀ ਖਰਚਾ ਕਰਨ ਦੀ ਆਦਤ ਘਟੇਗੀ। ਜੋ ਆਦਤ ਘਟੇਗੀ, ਇਨਫਲੇਸ਼ਨ ਘਟੇਗੀ। ਜੋ ਇਨਫਲੇਸ਼ਨ ਘਟੇਗੀ ਤੇ ਉਹਦੇ ਨਾਲ ਇੰਟਰਸਟ ਰੇਟ ਘਟਣਗੇ। ਸੋ ਸਾਰੀ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ। ਮੈਨੂੰ ਦੇਖੋ ਐਗਜ਼ੈਕਟ ਤਾਂ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਕੋਈ ਫਾਈਨੈਂਸ਼ੀਅਲ ਪੰਡਿਤ ਤਾਂ ਨਹੀਂ ਹੈ, ਪਰ ਮੈਨੂੰ ਇਹ ਲੱਗ ਰਿਹਾ ਕਿ 6.7 ਇਜ਼ ਟੂ ਹਾਈ। ਇੰਟਰਸਟ ਰੇਟ ਜਦੋਂ ਘਟਣਗੇ, ਬਾਟਮ ਲਾਈਨ 4.5 ਤੋਂ 5 ਤੇ ਆਉਣੀ ਚਾਹੀਦੀ ਹੈ। ਕਿੰਨਾ ਘਟਦੇ ਨੇ ਇਹ ਆਉਂਦੇ ਟਾਈਮ 'ਚ ਪਤਾ ਲੱਗੇਗਾ। ਮੇਬੀ 24 ਦੇ ਸ਼ੁਰੂ ਤੋਂ ਇੰਟਰਸਟ ਰੇਟ ਘਟਣੇ ਸ਼ੁਰੂ ਹੋ ਜਾਣਗੇ ਕੁਆਟਰ ਕਰਕੇ। ਜਿੰਨੀ ਜਲਦੀ ਇਨਫਲੇਸ਼ਨ ਘਟੇਗੀ, ਮੈਂ ਇਦਾਂ ਵੀ ਇਹਨੂੰ ਕਹਿ ਸਕਦਾ, ਉਨੀ ਜਲਦੀ ਇੰਟਰਸਟ ਰੇਟ ਘਟਣਗੇ। ਸੋ ਇਨਫਲੇਸ਼ਨ ਇੱਕ ਬਹੁਤ ਵੱਡਾ ਇਕਨੋਮੀ 'ਚ ਰੋਲ ਅਦਾ ਕਰ ਰਹੀ ਹੈ। ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ। 25 'ਚ ਇਲੈਕਸ਼ਨ ਵੀ ਆ ਰਹੇ ਨੇ, ਸੋ ਇਸ ਕਰਕੇ ਗਵਰਨਮੈਂਟ ਦੀ ਹੋਰ ਵੀ ਜ਼ਿੰਮੇਵਾਰੀ ਉਦੋਂ ਬਣ ਜਾਣੀ ਹੈ ਕਿ ਜੇ ਇਲੈਕਸ਼ਨ ਜਿੱਤਣਾ ਆ ਤਾਂ ਇੰਟਰਸਟ ਰੇਟ ਘਟਾਈਏ, ਲੋਕਾਂ ਨੂੰ ਆਪਣੇ ਨਾਲ ਜੋੜੀਏ, ਲੋਕਾਂ ਨੂੰ ਮੋਟੀਵੇਟ ਕਰੀਏ। ਸੋ ਇਹ 2-3 ਫੈਕਟਰਸ ਨੇ ਜਿਹੜੇ ਕਿ ਥੋੜੇ ਟਾਈਮ 'ਚ ਹੀ ਕਰੈਕਟ ਹੋਣੇ ਨੇ ਔਰ ਕਰੈਕਟ ਗਵਰਨਮੈਂਟ ਨੂੰ ਕਰਨੇ ਹੀ ਪੈਣੇ ਆ। 25 ਤੋਂ ਪਹਿਲਾਂ 25 'ਚ ਇਲੈਕਸ਼ਨ ਨੇ, ਸੋ 24 ਮੈਨੂੰ ਲੱਗ ਰਿਹਾ ਕਿ ਇੱਕ ਬੜਾ ਇੰਟਰਸਟਿੰਗ ਸਾਲ ਆਏਗਾ ਸਾਡੇ ਸਾਰਿਆਂ ਵਾਸਤੇ, ਫਾਈਨੈਂਸ਼ੀਅਲ ਇੰਡਸਟਰੀ ਵਾਸਤੇ ਵੀ, ਇਕਨੋਮੀ ਦੇ ਵਾਸਤੇ ਵੀ। ਇਨਫਲੇਸ਼ਨ ਘਟੇਗੀ, ਉਹਦੇ ਨਾਲ ਡੈਫੀਨੇਟਲੀ ਘਟਣੀ ਚਾਹੀਦੀ ਹੈ ਤੇ ਦੁਆਰ ਤੋਂ ਕੈਨੇਡਾ ਦੇ ਵਿੱਚ ਚੀਜ਼ਾਂ ਤੇਜ਼ੀ ਨਾਲ ਮੂਵ ਹੋਣੀਆਂ ਸ਼ੁਰੂ ਹੋਣਗੀਆਂ। ਜੀ ਆਪਾਂ ਮਹਿੰਗਾਈ ਬਾਰੇ ਇੰਨੀ ਗੱਲ ਕੀਤੀ ਹੈ, ਇੱਕ ਹੋਰ ਜੋ ਕੈਨੇਡਾ ਦਾ ਬਹੁਤ ਵੱਡਾ ਮੁੱਦਾ ਹੈ ਉਹ ਹੈ ਟੈਕਸ। ਇੱਥੇ ਜੀ ਹਰ ਚੀਜ਼ ਤੇ ਟੈਕਸ ਹੈ ਔਰ ਕਾਫੀ, ਤੁਸੀਂ ਇੱਕ ਇਹ ਤੋਂ ਪਹਿਲੇ ਕੁਐਸਚਨ 'ਚ ਜਿਹੜੇ ਫਿਗਰ ਬਣਾਏ ਸੀ 8.2 ਦਾ, ਹੈ ਨਾ, ਉਹ ਵੀ ਮੈਨੂੰ ਲੱਗਦਾ ਟੈਕਸ ਐਡ ਕਰਕੇ ਬਣਾਇਆ ਹੋਣਾ ਤੁਸੀਂ। ਉਹਦੇ ਬਾਰੇ ਸਾਨੂੰ ਥੋੜਾ ਦੱਸੋ ਕਿ ਟੈਕਸ ਨੂੰ ਆਪਾਂ ਕਿਵੇਂ ਸੇਵ ਕਰ ਸਕਦੇ ਹਾਂ, ਕਿਉਂਕਿ ਮਨੀ ਸੇਵਡ ਇਜ਼ ਮਨੀ ਅਰਨਡ, ਡੈਫੀਨਿਟਲੀ, ਰਾਈਟ? ਤੇ ਆਪਾਂ ਹਰ ਮਹੀਨੇ ਇੰਨਾ ਪੈਸਾ ਟੈਕਸ ਤੇ ਦੇ ਰਹੇ ਹਾਂ, ਉਹਨੂੰ ਕਿੱਦਾਂ ਸੇਵ ਕੀਤਾ ਜਾ ਸਕਦਾ ਹੈ? ਹਾਊ ਡੂ ਯੂ ਮੇਕ ਯੂਰ ਇਨਕਮ ਆਊਟ ਆਫ ਇਟ? ਡੈਫੀਨਿਟਲੀ ਇਹ ਕਿ ਫਾਈਨੈਂਸ਼ੀਅਲ ਪਲਾਨਿੰਗ ਦਾ ਕੁਐਸਚਨ ਹੈ ਐਂਡ ਇਟਸ ਅ ਵੈਰੀ ਗੁੱਡ ਕੁਐਸਚਨ ਔਰ ਨਿਊ ਕਮਰਸ ਲਈ ਇਹ ਬਹੁਤ ਇੰਪੋਰਟੈਂਟ ਹੁੰਦਾ ਹੈ। ਦੇਖੋ ਹੁੰਦਾ ਕੀ ਆ ਕਿ ਆਪਾਂ ਲੈਟਸ ਸੇ ਕਿ $50,000 ਸਾਲ ਦਾ ਕਮਾਉਂਦੇ ਆ, ਮਹੀਨੇ ਦਾ ਉਹਨੂੰ ਜੇ ਆਪਾਂ ਬ੍ਰੇਕ ਡਾਊਨ ਕਰਦੇ ਹਾਂ $4,000 ਲੈਟਸ ਸੇ ਵੀ ਕਮਾਉਂਦੇ ਆ। $4,000 ਜਿਹੜਾ ਕਮਾਉਂਦੇ ਉਹ 'ਚ ਅਪਰੋਕਸੀਮੇਟਲੀ 25 ਤੋਂ 30% ਟੈਕਸ ਦੇ ਵਿੱਚ ਚਲੇ ਜਾਂਦਾ। ਸੋ ਆਪਣੇ ਪੱਲੇ ਜੇ 4,000 ਚੋਂ ਆਪਾਂ 30% ਘਟਾਈਏ, $1,200 ਉੜ ਗਿਆ, $2,800 ਸਾਡੇ ਪੱਲੇ ਪੈਂਦਾ। ਔਰ ਐਟ ਦੀ ਐਂਡ ਜਾ ਕੇ ਕਈ ਵਾਰ ਸਾਡੀ ਇਨਕਮ ਜੇ ਅਗਲੀ ਬ੍ਰੈਕਟ ਵਿੱਚ ਚਲੇ ਜਾਂਦੀ ਹੈ, ਕਿਉਂਕਿ ਬ੍ਰੈਕਟ $13,000 ਤੱਕ ਕੈਨੇਡਾ 'ਚ ਨੋ ਟੈਕਸ ਹੈ। ਪਰ $13,000 ਜੇ ਬੰਦਾ ਅਰਨ ਕਰੇਗਾ ਤਾਂ ਰੋਟੀ ਨਹੀਂ ਖਾ ਸਕਦਾ। $1,300 ਤਾਂ ਇੱਕ ਬੈਡਰੂਮ ਦੀ ਬੇਸਮੈਂਟ ਦਾ ਰੈਂਟ ਹੀ ਹੈ। ਸੋ ਇਸ ਕਰਕੇ ਬੰਦੇ ਨੂੰ ਜ਼ਿਆਦਾ ਪੈਸੇ ਕਮਾਉਣੇ ਹੀ ਪੈਣਗੇ ਤੇ ਟੈਕਸ ਦੇਣਾ ਪਏਗਾ। ਸੋ ਫਿਰ ਅਗਲੀ ਬ੍ਰੈਕਟ ਆਉਂਦੀ ਹੈ 40-45,000 ਤੇ, ਉੱਥੇ ਜਾਂਦੇ 25-30% ਟੈਕਸ ਹੋ ਜਾਂਦਾ। ਫਿਰ ਅਗਲੀ ਬ੍ਰੈਕਟ ਆਉਂਦੀ 70-80,000, 35 ਤੱਕ ਪਹੁੰਚ ਜਾਂਦਾ। ਸੋ ਆਮ ਫੈਮਿਲੀ $1.5 ਲੱਖ ਕੈਨੇਡਾ 'ਚ ਕਮਾਉਂਦੀਆਂ, ਜੇ ਦੋ ਪਾਰਟਨਰਸ ਨੇ ਤੇ ਉਹ 60-70,000 ਈਚ ਕਮਾ ਰਿਹਾ ਤੇ ਟੈਕਸ 35-40% ਤੇ ਉਹਨਾਂ ਨੂੰ ਦੇਣਾ ਪੈ ਰਿਹਾ। ਆਮ ਲੋਕ ਕੀ ਕਰਦੇ ਨੇ ਕਿ ਇੱਕ ਕੰਮ ਕੀਤਾ, ਉਸ ਤੋਂ ਬਾਅਦ ਟੈਕਸ ਕੱਟ ਕੇ ਇੰਨੇ ਕੁ ਪੈਸੇ ਉਹਨਾਂ ਦੇ ਜੋ ਵੀ ਬਣੇ ਨੇ, ਹੋਰ ਪੈਸੇ ਅਰਨ ਕਰਨ ਵਾਸਤੇ ਇੱਕ ਹੋਰ ਜੌਬ ਕਰਦੇ ਨੇ। ਜੇ ਦਿਨੇ ਜਾਂ ਸ਼ਾਮ ਦੀ ਜੌਬ ਫੜ ਲਈ ਜਾਂ ਵੀਕਐਂਡ ਦੀ ਜੌਬ ਫੜ ਲਈ, ਇੱਕ ਹੋਰ ਕੰਮ ਕਰਦੇ ਨੇ, ਆਪਣੀ ਬਾਡੀ ਨੂੰ ਬਰਨ ਆਊਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਇੱਕ ਪਲੈਨਿੰਗ ਕੀਤੀ ਜਾ ਸਕਦੀ ਹੈ ਕਿ ਜਿਹੜਾ ਤੁਸੀਂ ਲੈਟਸ ਸੇ $1,00,000 ਦੇ ਵਿੱਚੋਂ $25-30,000 ਟੈਕਸ ਦੇ ਰਹੇ ਹਾਂ, ਜੇ ਅਸੀਂ ਉਹ ਪਲਾਨ ਕਰਕੇ ਉਸ ਟੈਕਸ ਨੂੰ ਸੇਵ ਕਰ ਸਕਦੇ ਹਾਂ ਕਿਸੇ ਢੰਗ ਦੇ ਨਾਲ, ਤਾਂ ਕਿ ਸਾਡੇ ਕਿਤੇ ਨਾ ਕਿਤੇ ਕੰਮ ਆ ਜਾਏ। ਸੋ ਇਹਦਾ ਮਤਲਬ ਆਪਾਂ ਉਸ 25-30,000 ਦਾ ਜਿਹੜਾ ਕੰਮ ਹੋਰ ਕਰਨਾ ਸੀ, ਉਹ ਅਸੀਂ ਆਪਣੇ ਆਪ ਨੂੰ ਇੰਜੋਏਮੈਂਟ ਉਹਦਾ ਕਰ ਸਕਦੇ ਹਾਂ, ਰਿਲੈਕਸ ਕਰ ਸਕਦੇ ਹਾਂ, ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ। ਉਹਦੇ ਵਾਸਤੇ ਕੈਨੇਡਾ ਦੇ ਵਿੱਚ 3-4 ਲੀਗਲ ਵਹੀਕਲ ਨੇ, 3-4 ਲੀਗਲ ਤਰੀਕੇ ਨੇ ਜਿਹਨਾਂ ਨਾਲ ਆਪਾਂ ਟੈਕਸ ਸੇਵ ਕਰ ਸਕਦੇ ਹਾਂ। ਟੈਕਸ ਸੀਜ਼ਨ ਚੱਲ ਰਿਹਾ, ਆਪਾਂ ਇਹਨਾਂ ਦਿਨਾਂ ਦੇ ਵਿੱਚ ਸਾਰਿਆਂ ਨੇ ਟੈਕਸ ਆਪਣੇ ਫਾਈਲ ਕਰਨੇ ਆ। ਜਨਵਰੀ ਤੋਂ ਲੈ ਕੇ ਮਾਰਚ ਦੀ 31 ਤਰੀਕ ਤੱਕ ਹੁੰਦਾ। ਫੈਬਰਰੀ 28 ਨੂੰ T4 ਸਾਰਿਆਂ ਦੀ ਆ ਜਾਂਦੀ ਹੈ। ਸੋ ਫੈਬਰਰੀ 28 ਤੋਂ ਪਹਿਲਾਂ ਆਪਾਂ ਪਲਾਨ ਕਰਨਾ ਆਪਣਾ ਟੈਕਸ। ਨੰਬਰ 1 ਵਹੀਕਲ ਜਿਹੜਾ ਕੈਨੇਡਾ ਦੇ ਵਿੱਚ ਹੈ ਉਹ ਹੈਗਾ ਰਿਟਾਇਰਮੈਂਟ ਰਜਿਸਟਰਡ ਸੇਵਿੰਗ ਪਲਾਨ, ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ, ਉਹਨੂੰ ਕਹਿੰਦੇ RRSP। ਜਦੋਂ ਆਪਾਂ RRSP 'ਚ ਕੁਝ ਪੈਸੇ ਇਨਵੈਸਟ ਕਰਦੇ ਨੇ, ਆਪਣੇ ਪੈਸੇ ਉਹਦੇ 'ਚ ਪਾ ਦਿੰਦੇ ਆ, ਉਹ ਤੇ ਤੁਹਾਨੂੰ ਟੈਕਸ ਨਹੀਂ ਲੱਗਦਾ। ਸੋ ਉਨੀ ਮਨੀ ਤੁਹਾਡੀ ਇੱਕ RRSP ਅਕਾਊਂਟ 'ਚ ਲੌਕ ਹੋ ਜਾਂਦੀ ਹੈ, ਸੇਵ ਹੋ ਜਾਂਦੀ ਆ। ਪਰ ਉਹ ਜਿਹੜੀ ਮਨੀ ਜੋ ਤੁਸੀਂ ਪਹਿਲਾਂ ਕਰ ਲੈਂਦੇ ਹੋ, ਕਢਾ ਸਕਦੇ ਹੋ, ਉਦੋਂ ਵੀ ਟੈਕਸ ਨਹੀਂ ਲੱਗਦਾ। ਸੋ ਅੱਜ ਵੀ ਟੈਕਸ ਬਚਾ ਲਿਆ,
ਪੈਸੇ ਕਢਾਉਣ ਦੇ ਟਾਈਮ ਵੀ ਘਰ ਤਾਂ ਲੈਣੇ ਆ ਨਾ ਜੀ, ਉਦੋਂ ਕਢਾ ਲਓ, ਉਦੋਂ ਵੀ ਟੈਕਸ ਬਚਾ ਲਿਆ। ਔਰ ਉਹ ਮਨੀ ਜੇ ਤੁਸੀਂ ਮੋੜਨੀ ਵੀ ਆ ਤਾਂ ਵੀ $1000 ਕਰਕੇ ਹਰ ਸਾਲ ਦੀ ਮੋੜਨੀ ਹੁੰਦੀ ਆ। ਉਹ ਵੀ ਜੇ ਤੁਸੀਂ ਨਹੀਂ ਵਾਪਸ ਕਰਨਾ ਚਾਹੁੰਦੇ, $1000 ਟੈਕਸ ਦੇ ਦਿਓ। ਇੰਸਟੈਡ ਆਫ ਪੇਇੰਗ ਟੈਕਸ ਔਨ $30,000 $1000 ਟੈਕਸ ਦੇਣਾ ਫਿਰ ਵੀ ਸੌਖਾ। ਸੋ ਇੱਕ ਆਪਣੇ ਕੋਲ ਇਹ ਵਹੀਕਲ ਹੈ। ਇਸ ਤੋਂ ਇਲਾਵਾ ਆਪਣੇ ਕੋਲ ਇੱਕ ਵਹੀਕਲ ਹੈ ਕੈਨੇਡਾ ਦੇ ਵਿੱਚ, ਲੀਗਲ ਵਹੀਕਲ, ਉਹਨੂੰ ਕਹਿੰਦੇ TFSA। ਸੋ ਇਹ ਸਾਡਾ ਜਿਹੜਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਇੱਕ ਆਪਾਂ ਬਣਾ ਸਕਦੇ ਹਾਂ। ਉਹਦੇ 'ਚ ਅਸੀਂ ਜੇ ਥੋੜ੍ਹੇ $100 $200 ਪਰ ਮੰਥ ਸੇਵ ਕਰਨਾ ਸ਼ੁਰੂ ਕਰ ਦਈਏ, ਤੁਹਾਡੇ ਪੈਸੇ ਆ ਉਹ ਉੱਤੇ ਤੁਹਾਨੂੰ ਇਸ ਟਾਈਮ ਟੈਕਸ ਸੇਵਿੰਗ ਨਹੀਂ ਹੁੰਦੀ, ਪਰ ਜਿੰਨੀ ਗਰੋਥ ਹੋਣੀ ਆ। ਮੈਂ ਇਹਦੀ ਐਗਜ਼ਾਮਪਲ ਇਹ ਦਿਆ ਕਰਦਾ ਸਾਰਿਆਂ ਨੂੰ ਕਿ ਆਪਾਂ ਇਹਨੂੰ ਇੱਦਾਂ ਲੈ ਕੇ ਚੱਲਦੇ ਹਾਂ ਕਿ RRSP ਜਿਹੜਾ ਵਹੀਕਲ ਹੈ ਉਹ ਇਸ ਤਰ੍ਹਾਂ ਦਾ ਗਵਰਨਮੈਂਟ ਤੁਹਾਨੂੰ ਦਿੰਦੀ ਹੈ ਕਿ ਇੱਕ ਕਣਕ ਦਾ ਬੈਗ ਤੁਹਾਨੂੰ ਦੇ ਦਿੰਦੀ ਹੈ ਜਾਂ ਇੱਕ ਕਣਕ ਦੀ ਬੋਰੀ ਦੇ ਦਿੰਦੀ ਹੈ ਕਿ ਆ ਲਓ ਬੋਰੀ, ਅੱਜ ਇਸ ਬੋਰੀ ਦੀ ਕਣਕ ਦੇ ਤੁਹਾਡੇ ਕੋਲ ਅਸੀਂ ਕੋਈ ਪੈਸੇ ਲੈਣੇ, ਰੱਖ ਲਓ, ਤੁਹਾਨੂੰ ਟੈਕਸ ਸੇਵਿੰਗ ਹੋ ਗਈ, ਜ਼ੀਰੋ ਟੈਕਸ। ਪਰ ਇਹਨੂੰ ਤੁਸੀਂ ਬੀਜੋ ਆਪਣੇ ਖੇਤਾਂ ਦੇ ਵਿੱਚ। ਸੋ ਉਸ ਮਨੀ ਨੂੰ ਜਦੋਂ ਗਵਰਨਮੈਂਟ ਗਰੋ ਕਰਦੀ ਹੈ, ਉਹ ਗਰੋ ਹੁੰਦੀ ਹੈ, 67 ਸਾਲ ਦੀ ਏਜ ਤੇ ਜਾ ਕੇ ਤੁਹਾਨੂੰ ਅਲਾਉ ਕਰਦੇ ਕਿ ਤੁਸੀਂ ਆਪਣੇ ਪੈਸੇ ਕਢਾ ਲਓ। ਇੱਕ ਕਣਕ ਦੀ ਬੋਰੀ ਉਦੋਂ 100 ਕਣਕ ਦੀਆਂ ਬੋਰੀਆਂ ਬਣ ਚੁੱਕੀਆਂ ਹੁੰਦੀਆਂ, ਕਿਉਂਕਿ ਇੱਕ ਕਣਕ ਦੀ ਦਾਣੇ ਤੋਂ ਕਈ ਕਣਕ ਦੇ ਦਾਣੇ ਤਿਆਰ ਹੋ ਜਾਂਦੇ ਨੇ। ਉੱਤੇ ਫਿਰ ਤੁਹਾਡੇ ਕੋਲ 50% ਟੈਕਸ ਲੈ ਲੈਂਦੀ ਹੈ ਗਵਰਨਮੈਂਟ। ਸੋ ਬੇਸਿਕਲੀ ਥੋੜੀ ਚੀਜ਼ ਦੇ ਕੇ ਜੋ ਤੁਹਾਡੀ ਫਸਲ ਪੱਕ ਜਾਂਦੀ ਹੈ ਉਹਦੇ ਅੱਧੇ ਪੈਸੇ ਉਡਾ ਕੇ ਲੈ ਜਾਂਦੀ ਹੈ। ਸੋ ਇਹ ਸਾਰੀਆਂ ਪਲੈਨਿੰਗਸ ਨੂੰ ਆਪਾਂ ਆਪਣੇ ਦਿਮਾਗ ਦੇ ਨਾਲ ਕਿਵੇਂ ਵਧੀਆ ਪਲਾਨ ਕਰ ਸਕਦੇ ਹਾਂ ਕਿ ਟੈਕਸ ਅਸੀਂ ਹੁਣ ਵੀ ਬਚਾ ਲਈਏ, ਟੈਕਸ ਅਸੀਂ ਫਿਊਚਰ 'ਚ ਵੀ ਬਚਾ ਲਈਏ, ਇਨਵੈਟਿਵ ਨੂੰ ਅਸੀਂ ਪੈਸੇ ਉਹ ਕੱਢ ਕੇ ਕਿੱਥੇ ਕਿੱਥੇ ਯੂਜ਼ ਕਰ ਸਕਦੇ ਹਾਂ, ਕਿਵੇਂ ਕਿਵੇਂ ਯੂਜ਼ ਕਰ ਸਕਦੇ ਹਾਂ। ਉਹਦੇ ਵਾਸਤੇ ਕੈਨੇਡਾ ਦੇ ਵਿੱਚ 3-4 ਬੜੇ ਸਟਰੋਂਗ ਵਹੀਕਲ ਨੇ, ਲੀਗਲ ਤਰੀਕੇ ਨੇ। ਉਹ ਬੈਠ ਕੇ ਤੁਸੀਂ ਆਪਣੇ ਪਲੈਨਰ ਦੇ ਨਾਲ ਸਲਾਹ ਕਰ ਸਕਦੇ ਹੋ। ਮੇਰੇ ਨਾਲ ਵੀ ਸਲਾਹ ਕਰ ਰਹੇ ਜਿਵੇਂ ਤੁਸੀਂ ਅੱਜ ਕਰ ਰਹੇ ਹੋ। ਕੋਈ ਵੀ ਮੈਨੂੰ ਕਾਲ ਕਰਕੇ ਮੇਰੇ ਨਾਲ ਗੱਲ ਕਰ ਸਕਦਾ ਆ। ਮੈਂ ਆਪਣਾ ਨੰਬਰ ਵੀ ਛੱਡ ਜਾਵਾਂਗਾ ਤੁਹਾਡੇ ਕੋਲ। ਸੋ ਇਹ ਪਲੈਨਿੰਗ ਬਹੁਤ ਇੰਪੋਰਟੈਂਟ ਹੈ। ਕੈਨੇਡਾ ਇੱਕ ਪਲੈਨਿੰਗ ਦਾ ਕੰਟਰੀ ਹੈ, ਸਿੰਪਲ ਐਜ਼ ਦੈਟ। ਚਾਹੇ ਤੁਸੀਂ ਕਰ ਲੈਣਾ, ਚਾਹੇ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਟੈਕਸ ਸੇਵ ਕਰਨੇ ਨੇ, ਫਿਊਚਰ ਪਲਾਨ ਕਰਨਾ, ਰਿਟਾਇਰਮੈਂਟ ਪਲਾਨ ਕਰਨਾ, ਬੱਚਿਆਂ ਦੀ ਐਜੂਕੇਸ਼ਨ ਪਲਾਨ ਕਰਨੀ, ਪਲੈਨਿੰਗ ਨਾਲ ਹੀ ਚੱਲਦਾ। ਕਿਉਂਕਿ ਆਟੋਮੈਟਿਕ ਇੱਥੇ ਕੁਝ ਨਹੀਂ ਆਉਂਦਾ ਤੇ ਨਾ ਹੀ ਕੋਈ ਤੁਹਾਡੀ ਹੈਲਪ ਕਰ ਸਕਦਾ ਤੇ ਨਾ ਹੀ ਕਿਸੇ ਕੋਲ ਹੈਲਪ ਕਰਨ ਲਈ ਤੁਹਾਡੇ ਲਈ ਪੈਸੇ ਐਕਸਟਰਾ ਹੁੰਦੇ ਹੀ ਆ, ਕਿਉਂਕਿ ਸਭ ਦੀ ਆਪਦੀ ਪਲੈਨਿੰਗ ਚੱਲਦੀ ਹੈ। ਸੋ ਆਪਣੀ ਪਲੈਨਿੰਗ ਆਪ ਕਰੋ, ਆਪਣੇ ਪੈਰਾਂ ਤੇ ਆਪ ਖੜੇ ਹੋਵੋ। ਕਿਸੇ ਨਾਲ ਸਲਾਹ ਕਰਨ 'ਚ ਕੋਈ ਬੁਰਾਈ ਨਹੀਂ ਹੈ। ਐਟ ਦੀ ਐਂਡ ਕਰਨੀ ਤੁਸੀਂ ਆਪਣੇ ਮਨ ਦੀ ਹੈ, ਜੋ ਵੀ ਦਿਲ ਕਰਦਾ। ਤੁਸੀਂ ਮੈਨੂੰ ਕਾਲ ਕਰਕੇ ਮੇਰੇ ਨਾਲ ਸਲਾਹ ਕਰ ਸਕਦੇ ਹੋ। ਟੈਕਸ ਨੂੰ ਆਪਾਂ ਕਿਵੇਂ ਪਲਾਨ ਕਰਨਾ, ਇਨਕਮ ਨੂੰ ਆਪਾਂ ਕਿਵੇਂ ਪਲਾਨ ਕਰਨਾ, ਆਪਣੇ ਘਰ ਨੂੰ ਕਿਵੇਂ ਪਲਾਨ ਕਰਨਾ, ਆਪਣੇ ਬੱਚਿਆਂ ਨੂੰ ਕਿਵੇਂ ਪਲਾਨ ਕਰਨਾ ਤੇ ਆਪਣੇ ਰਿਟਾਇਰਮੈਂਟ ਨੂੰ ਕਿਵੇਂ ਪਲਾਨ ਕਰਨਾ। ਕਿਉਂਕਿ ਜਿਹੜੀ ਚੀਜ਼ ਅਸੀਂ ਅੱਜ ਬੀਜਾਂਗੇ ਉਹਨੇ ਕੱਲ ਵੱਡਾ ਦਰਖਤ ਬਣਨਾ। ਜੇ ਅੱਜ ਇੱਕ ਬੀ ਬੀਜਾਂਗੇ ਕੱਲ ਇੱਕ ਵੱਡਾ ਦਰਖਤ ਬਣੇਗਾ। ਜੋ ਵੱਡਾ ਦਰਖਤ ਬਣੇਗਾ ਉਹਨੂੰ ਫਿਰ ਫਲ ਵੀ ਲੱਗਣਗੇ। ਜੇ ਅਸੀਂ ਜ਼ਿਆਦਾ ਫਲ ਲੈਣਾ ਚਾਹੁੰਦੇ ਹਾਂ, ਬੀ ਬੀਜਣਾ ਜ਼ਰੂਰੀ ਹੈ। ਜੇ ਬੀ ਨਹੀਂ ਬੀਜਿਆ, ਫਲ ਕਦੀ ਨਹੀਂ ਸਾਨੂੰ ਮਿਲ ਸਕਦਾ। ਇਸ ਕਰਕੇ ਬਹੁਤ ਇੰਪੋਰਟੈਂਟ ਹੈ ਰਸ਼ਮੀਨ ਜੀ ਕਿ ਆਪਾਂ ਕੈਨੇਡਾ ਦੀ ਜੋ ਨਵੇਂ ਦੇਸ਼ 'ਚ ਆਏ ਹਾਂ, ਨਵੇਂ ਦੇਸ਼ ਦੀਆਂ ਜਿਹੜੀਆਂ ਜੀਵਨ ਹੈ ਨਵੇਂ ਦੇਸ਼ ਦੀ ਤਰ੍ਹਾਂ ਹੀ ਕਰੀਏ। ਜਿਹੜੇ ਇੱਥੇ ਦੇ ਮੇਨ ਲੋਕ ਨੇ, ਵਸਨੀਕ ਨੇ, ਉਹ ਆਪਣੀ ਹਰੇਕ ਚੀਜ਼ ਦੀ ਪਲੈਨਿੰਗ ਕਰ ਲੈਂਦੇ, ਈਵਨ ਉਹ ਫਿਊਨਰਲ ਤੱਕ ਪਲਾਨ ਕਰ ਲੈਂਦੇ। ਸੋ ਉਹ ਜੀ ਅਸੀਂ ਵੀ ਪਲਾਨ ਕਰਾਂਗੇ, ਇੱਕ ਤਾਂ ਸਾਡਾ ਸਟ੍ਰੈਸ ਲੈਵਲ ਦੂਰ ਹੋ ਜਾਏਗਾ ਕਿਉਂਕਿ ਸਾਨੂੰ ਪਤਾ ਆਹ ਚੀਜ਼ ਕੋਈ ਨਹੀਂ ਪਲਾਨ ਹੋ ਗਈ, ਸਾਡੀ ਘਰ ਦੀ ਚੀਜ਼ ਪਲਾਨ ਹੋ ਗਈ, ਸਾਡੇ ਬੱਚਿਆਂ ਦੀ ਐਜੂਕੇਸ਼ਨ ਪਲਾਨ ਹੋ ਗਈ। ਰਿਟਾਇਰਮੈਂਟ ਤੇ ਜਾ ਕੇ ਜਦੋਂ ਤੁਸੀਂ ਤੇ ਮੈਂ ਆਪਾਂ 67 ਸਾਲ ਦੇ ਹੋ ਗਏ, ਉਦੋਂ ਸਾਨੂੰ ਪੈਨਸ਼ਨ ਜਿਹੜੀ ਹੈ ਕੈਨੇਡਾ ਦੇ ਵਿੱਚ ਮੈਕਸਿਮਮ $1200 ਮਿਲਦੀ ਹੈ ਮਹੀਨੇ ਦੀ। ਤੇ ਜੇ ਸਾਨੂੰ $1200 ਪੈਨਸ਼ਨ ਮਿਲੇਗੀ ਮਹੀਨੇ ਦੀ, ਕਿ ਸਾਡਾ ਗੁਜ਼ਾਰਾ ਹੋ ਜਾਏਗਾ? ਬਿਲਕੁਲ ਨਹੀਂ। ਆਉਂਦੇ 20-30 ਸਾਲ ਬਾਅਦ ਤਾਂ ਬਿਲਕੁਲ ਨਹੀਂ ਹੋਏਗਾ। ਠੀਕ ਹੈ ਨਾ ਜੀ, ਅੱਜ ਵੀ ਨਹੀਂ ਹੋ ਸਕਦਾ 1200 ਨਾਲ। ਸੋ ਇਹਦਾ ਮਤਲਬ ਇਹ ਹੈ ਕਿ ਸਾਨੂੰ ਰਿਟਾਇਰਮੈਂਟ ਤੇ ਵੀ ਜੇ ਕੋਈ ਐਕਸਟਰਾ ਪੈਸੇ ਮਿਲਣਗੇ ਤਾਂ ਹੀ ਅਸੀਂ ਘੁੰਮ ਫਿਰ ਸਕਾਂਗੇ, ਨਹੀਂ ਤਾਂ ਫਿਰ ਇਸੇ ਗੇੜ 'ਚ ਲੱਗੇ ਰਹਾਂਗੇ, ਇੱਥੇ ਜੌਬ ਕਰ ਲਈ, ਕੋਈ ਸਿਕਿਉਰਿਟੀ ਕਰ ਲਈ। ਸੋ ਇਟਸ ਵੈਰੀ ਇੰਪੋਰਟੈਂਟ ਕਿ ਅੱਜ ਜੇ ਮੈਂ ਤੁਹਾਡੇ ਕੋਲ ਆਇਆ, ਜਿਹੜੀਆਂ ਮੈਂ ਗੱਲਾਂ ਦੱਸ ਕੇ ਜਾ ਰਿਹਾ, ਇੱਥੇ ਆਪਾਂ ਅਸਰ ਕਰਕੇ ਪ੍ਰੋਪਰ ਪਲਾਨ ਕਰ ਲਈਏ ਤਾਂ ਕਿ ਉਹ ਕਹਿੰਦੇ ਹੁੰਦੇ ਆ ਕਿ ਅੱਜ ਵੀ ਸਾਡਾ ਵਧੀਆ ਹੋਵੇ ਤੇ ਫਿਊਚਰ ਵੀ ਵਧੀਆ। ਬਿਲਕੁਲ। The actual Canadian dream is to plan your life. ਏਦਾਂ ਨਹੀਂ ਕੋਈ Canadian dream ਆ ਜਾਂਦਾ ਸੱਚ ਹੋ ਕੇ ਆਪਣੇ ਸਾਹਮਣੇ। ਪਲੈਨਿੰਗ ਦੀ ਬਹੁਤ ਜ਼ਰੂਰਤ ਹੈ। ਐਗਜ਼ੈਕਟਲੀ। ਬਹੁਤ ਬਹੁਤ ਧੰਨਵਾਦ ਵਿਨੇ ਜੀ, ਬਹੁਤ ਚੰਗੀ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਹੈ। ਮੈਨੂੰ ਪੂਰਾ ਯਕੀਨ ਹੈ ਮੇਰੇ ਵਰਗੇ ਮਿਲੇਨੀਅਲਸ ਲਈ ਇਹ ਬਹੁਤ ਕੰਮ ਦੀ ਹੈ ਐਂਡ ਆਈ ਐਮ ਸ਼ੋਰ ਹਰ ਵਰਗ ਦੇ ਲੋਕਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਆਪਾਂ ਐਕਚੁਅਲੀ 'ਚ ਪਲਾਨ ਕਰ ਸਕਦੇ ਹਾਂ, ਉਹ ਪੈਸਾ ਸੇਵ ਕਰ ਸਕਦੇ ਹਾਂ ਜੋ ਟੈਕਸ 'ਚ ਜਾ ਰਿਹਾ ਹੈ, ਕਿਉਂਕਿ ਬਹੁਤ ਕੰਪਲੇਂਟਸ ਹੁੰਦੀਆਂ ਨੇ। ਬਿਲਕੁਲ। ਤਾਂ ਇਹ ਸੀਗੇ ਸਾਡੇ ਨਾਲ ਵਿਨੇ ਸ਼ਰਮਾ ਜੀ ਫਰਮ ਲੋਅਰ ਮੇਨਲੈਂਡ ਏਰੀਆ। ਹੀ ਇਜ਼ ਦੀ ਮੌਰਗੇਜ ਐਂਡ ਇੰਸ਼ੋਰੈਂਸ ਐਡਵਾਈਜ਼ਰ ਇੱਥੇ। ਆਓ ਤੇ ਇਹਨਾਂ ਨੂੰ ਜ਼ਰੂਰ ਮਿਲੋ। ਬਾਕੀ ਅੱਜ ਦੇ ਸਾਡੇ ਇਸ ਖਾਸ ਸ਼ੋਅ ਵਿੱਚ ਬਸ ਇੰਨਾ ਹੀ। ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ TV ਪੰਜਾਬ।